ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਜਦੋਂ ਮੈਂ ਦਫ਼ਤਰ ਤੋਂ ਥੱਕ ਕੇ ਘਰ ਪਹੁੰਚਿਆ ਤਾਂ ਉਸ ਸਮੇਂ ਮੈਂ ਸੀਮਾ ਨੂੰ ਤਿਆਰ ਖੜਾ ਦੇਖਿਆ। ਉਸਨੇ ਗੁਲਾਬੀ ਰੰਗ ਦੀ ਬਹੁਤ ਹੀ ਸੋਹਣੀ ਡਰੈਸ ਪਾਈ ਹੋਈ ਸੀ। ਉਸ ਨੂੰ ਦੇਖਦੇ ਹੀ ਮੇਰੀ ਸਾਰੀ ਥਕਾਵਟ ਦੂਰ ਹੋ ਗਈ। ਪਰ ਜਿਵੇਂ ਹੀ ਉਸਨੇ ਕਿਹਾ ਕਿ ਉਸਨੇ ਆਪਣੇ ਪੇਕੇ ਜਾਣਾ ਹੈ, ਇਸ ਲਈ ਉਹ ਤਿਆਰ ਹੋਈ ਹੈ, ਤਾਂ ਮੇਰਾ ਸਾਰਾ ਮੂਡ ਆਫ ਹੋ ਗਿਆ। ਦੇਖ ਸੀਮਾ, ਤੂੰ ਕੱਲ ਚਲੀ ਜਾਵੀਂ, ਅੱਜ ਮੈਂ ਬਹੁਤ ਥੱਕ ਗਿਆ ਹਾਂ। ਮੈਂ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜ਼ਿੱਦ 'ਤੇ ਅੜੀ ਰਹੀ। ਉਸਨੇ ਕਿਹਾ ਕਿ ਮੈਨੂੰ ਮਾਂ ਦੀ ਬਹੁਤ ਯਾਦ ਆ ਰਹੀ ਹੈ, ਪਲੀਜ਼ ਤੁਸੀਂ ਅੱਜ ਹੀ ਛੱਡ ਆਓ। ਉਸ ਦੀ ਗੱਲ ਸੁਣ ਕੇ ਮੈਂ ਹਾਂ ਕਹਿ ਦਿੱਤਾ। ਸਾਡੇ ਵਿਆਹ ਨੂੰ ਅਜੇ 1 ਮਹੀਨਾ ਹੀ ਹੋਇਆ ਸੀ ਤੇ ਉਹ ਲਗਭਗ ਹਰ ਹਫ਼ਤੇ ਹੀ ਪੇਕੇ ਜਾਂਦੀ ਸੀ। ਫਿਰ ਵੀ ਉਸ ਦਾ ਦਿਲ ਨਹੀਂ ਭਰਦਾ ਸੀ, ਪਰ ਮੈਂ ਕੀ ਕਰਦਾ। ਮੈਨੂੰ ਸੀਮਾ ਨਾਲ ਬਹੁਤ ਜ਼ਿਆਦਾ ਪਿਆਰ ਸੀ, ਇਸ ਲਈ ਉਸ ਦੀ ਕਿਸੇ ਗੱਲ ਨੂੰ ਟਾਲਣਾ ਮੁਸ਼ਕਲ ਹੋ ਜਾਂਦਾ ਸੀ। ਮਜਬੂਰਨ ਮੈਂ ਉਸ ਨੂੰ ਥੋੜ੍ਹਾ ਇੰਤਜ਼ਾਰ ਕਰਨ ਨੂੰ ਕਿਹਾ ਤੇ ਫਰੈਸ਼ ਹੋ ਕੇ ਉਸ ਦੇ ਪੇਕੇ ਪਹੁੰਚਾਇਆ ਤੇ ਛੱਡ ਕੇ ਆ ਗਿਆ। ਉਸਨੇ ਕਿਹਾ ਸੀ ਕਿ ਰਾਤ ਨੂੰ ਮੈਂ ਉਸ ਨੂੰ ਲੈਣ ਆ ਜਾਵਾਂ। ਮੈਂ ਜਲਦੀ ਵਾਪਸ ਆਇਆ ਕਿਉਂਕਿ ਮੈਂ ਬਹੁਤ ਥੱਕਿਆ ਹੋਇਆ ਸੀ ਤੇ ਅੱਜ ਮੇਰੀ ਤਬੀਅਤ ਵੀ ਕੁਝ ਠੀਕ ਨਹੀਂ ਲੱਗ ਰਹੀ ਸੀ। ਪਰ ਮੈਂ ਸੀਮਾ ਨੂੰ ਇਸ ਬਾਰੇ ਕਹਿ ਨਹੀਂ ਸਕਿਆ ਸੀ। ਮੈਂ ਜਿਵੇਂ ਹੀ ਆਪਣੇ ਗੇਟ ਦੇ ਸਾਹਮਣੇ ਆਪਣੀ ਕਾਰ ਰੋਕੀ ਤਾਂ ਅਚਾਨਕ ਮੇਰੀ ਨਜ਼ਰ ਮੇਰੇ ਗੁਆਂਢੀ ਦੇ ਘਰ ਵੱਲ ਗਈ ਤਾਂ ਮੈਨੂੰ ਹੈਰਾਨੀ ਨਾਲ ਝਟਕਾ ਲੱਗਿਆ ਕਿਉਂਕਿ ਉਹਨਾਂ ਦੀ ਛੱਤ 'ਤੇ ਇੱਕ ਡਰੈਸ ਲਟਕ ਰਹੀ ਸੀ ਤੇ ਹੂਬਹੂ ਉਹੀ ਡਰੈਸ ਹੁਣੇ ਸੀਮਾ ਦੇ ਪਾਈ ਦੇਖੀ। ਬਿਲਕੁਲ ਉਹੀ ਰੰਗ ਤੇ ਪ੍ਰਿੰਟ। ਮੈਂ ਕਾਫੀ ਦੇਰ ਤੱਕ ਉਸ ਨੂੰ ਦੇਖਦਾ ਰਿਹਾ। ਕਿਹੋ ਜਿਹਾ ਅਜੀਬ ਇਤਫਾਕ ਹੈ। ਮੈਂ ਮਨ ਹੀ ਮਨ ਸੋਚਿਆ ਕਿ ਹੋ ਸਕਦਾ ਹੈ ਕਿ ਸੀਮਾ ਤੇ ਭਾਬੀ ਨੇ ਇਕੱਠੇ ਹੀ ਸ਼ਾਪਿੰਗ ਕੀਤੀ ਹੋਵੇ, ਇਸ ਲਈ ਇੱਕੋ ਜਿਹੀ ਡਰੈਸ ਖਰੀਦੀ ਹੋਵੇ। ਮੈਂ ਇਹਨਾਂ ਖਿਆਲਾਂ 'ਚ ਗੁਆਚਿਆ ਹੋਇਆ ਸੀ ਤੇ ਜਿਵੇਂ ਹੀ ਚੌਕੀਦਾਰ ਨੇ ਗੇਟ ਖੋਲ੍ਹਿਆ ਮੈਂ ਕਾਰ ਅੰਦਰ ਲੈ ਗਿਆ। ਮੈਂ ਨੌਕਰ ਨੂੰ ਕਿਹਾ ਕਿ ਮੈਨੂੰ ਕੋਈ ਡਿਸਟਰਬ ਨਾ ਕਰੇ, ਮੈਂ ਥੋੜ੍ਹੀ ਦੇਰ ਆਰਾਮ ਕਰਨ ਵਾਲਾ ਹਾਂ। ਉਸ ਦਿਨ ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਕਿਉਂਕਿ ਅਕਸਰ ਅਜਿਹੇ ਇਤਫਾਕ ਹੁੰਦੇ ਰਹਿੰਦੇ ਹਨ। ਮੈਂ ਰਾਤ ਨੂੰ ਸੀਮਾ ਨੂੰ ਵਾਪਸ ਲੈ ਕੇ ਆਇਆ ਸੀ, ਪਰ ਮੈਂ ਉਸ ਨੂੰ ਇਹ ਗੱਲ ਦੱਸਣੀ ਭੁੱਲ ਗਿਆ ਕਿ ਇਹੀ ਡਰੈਸ ਸਾਡੇ ਗੁਆਂਢ ਵਾਲੀ ਭਾਬੀ ਕੋਲ ਵੀ ਹੈ। ਪਰ 2 ਦਿਨ ਬਾਅਦ ਮੇਰੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਸੀਮਾ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਪੇਕੇ ਜਾਣਾ ਚਾਹੁੰਦੀ ਹੈ ਕਿਉਂਕਿ ਆਂਟੀ ਦੀ ਤਬੀਅਤ ਠੀਕ ਨਹੀਂ ਹੈ। ਇਸ ਸਮੇਂ ਉਹ ਨੀਲੇ ਰੰਗ ਦੀ ਬਹੁਤ ਹੀ ਸੋਹਣੀ ਡਰੈਸ 'ਚ ਸੀ। ਮੈਂ ਉਸ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ। ਉਹ ਅੱਜ ਵੀ ਬਹੁਤ ਸੋਹਣੀ ਲੱਗ ਰਹੀ ਸੀ। ਥੋੜ੍ਹੀ ਦੇਰ ਬਾਅਦ ਮੈਂ ਉਸ ਨੂੰ ਉਸਦੇ ਪੇਕੇ ਪਹੁੰਚਾਇਆ, ਪਰ ਜਿਵੇਂ ਹੀ ਮੈਂ ਘਰ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਕਿਉਂਕਿ ਮੇਰੇ ਗੁਆਂਢ ਦੀ ਛੱਤ 'ਤੇ ਅੱਜ ਵੀ ਉਹੀ ਡਰੈਸ ਲਟਕ ਰਹੀ ਸੀ ਜੋ ਅੱਜ ਸੀਮਾ ਨੇ ਪੇਕੇ ਜਾਂਦੇ ਸਮੇਂ ਪਾਈ ਹੋਈ ਸੀ। ਅਜਿਹਾ ਕਿਵੇਂ ਹੋ ਸਕਦਾ ਹੈ? ਮੈਨੂੰ ਬਹੁਤ ਅਜੀਬ ਜਿਹਾ ਲੱਗਿਆ, ਪਰ ਇਸ ਵਾਰ ਮੈਂ ਇਸ ਨੂੰ ਸਿਰਫ ਇੱਕ ਇਤਫਾਕ ਸਮਝਿਆ ਤੇ ਆਪਣੇ ਕੰਮ ਤੇ ਲੱਗ ਗਿਆ। ਪਰ ਜਦੋਂ ਤੀਜੀ ਵਾਰ ਅਜਿਹਾ ਹੋਇਆ ਤਾਂ ਮੇਰੀ ਸੋਚ ਸ਼ੱਕ 'ਚ ਬਦਲ ਗਈ। ਕਿਤੇ ਅਜਿਹਾ ਤਾਂ ਨਹੀਂ ਕਿ ਸੀਮਾ ਪੇਕੇ ਦਾ ਦੱਸ ਕੇ ਮੇਰੇ ਗੁਆਂਢ ਦੇ ਘਰ ਜਾਂਦੀ ਹੋਵੇ, ਪਰ ਅਜਿਹਾ ਕਿਵੇਂ ਹੋ ਸਕਦਾ ਹੈ? ਮੈਂ ਖੁਦ ਉਸ ਨੂੰ ਹੁਣੇ ਉਸ ਦੇ ਪੇਕੇ ਛੱਡ ਕੇ ਆਇਆ ਸੀ ਤੇ ਉਸ ਦਾ ਪੇਕਾ ਕਾਫੀ ਦੂਰ ਵੀ ਸੀ। ਇਹ ਸਭ ਇੰਨੀ ਜਲਦੀ ਕਿਵੇਂ ਹੋ ਸਕਦਾ ਸੀ? ਪਰ ਉਸ ਦਿਨ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਜਿਗਿਆਸਾ ਦੇ ਮਾਰੇ ਮੈਂ ਆਪਣੀ ਕਾਰ ਸਹੁਰੇ ਘਰ ਵੱਲ ਭਜਾ ਲਈ ਤੇ ਮੈਂ ਜਿਵੇਂ ਹੀ ਉੱਥੇ ਪਹੁੰਚਿਆ ਤਾਂ ਦੇਖਿਆ ਕਿ ਸੀਮਾ ਉਸ ਡਰੈਸ ਸੀ ਤੇ ਮੈਨੂੰ ਦੇਖ ਕੇ ਹੈਰਾਨ ਹੋ ਗਈ। ਕਿ ਤੁਸੀਂ ਅਜੇ ਤੱਕ ਗਏ ਨਹੀਂ? ਉਸਨੇ ਹੈਰਾਨੀ ਨਾਲ ਪੁੱਛਿਆ ਤਾਂ ਮੈਂ ਕੁਝ ਸ਼ਰਮਾ ਗਿਆ ਤੇ ਮਨ ਹੀ ਮਨ 'ਚ ਖੁਦ ਨੂੰ ਟੋਕਣ ਲੱਗਿਆ। ਮੈਂ ਕਿੰਨੀ ਬੇਵਕੂਫੀ ਭਰੀਆਂ ਗੱਲਾਂ ਸੋਚ ਰਿਹਾ ਹਾਂ। ਸੀਮਾ ਦੇ ਮਾਤਾ-ਪਿਤਾ ਦਾ ਘਰ ਤਾਂ ਸਾਡੇ ਘਰ ਤੋਂ ਕਾਫੀ ਦੂਰ ਸੀ, ਭਲਾ ਉਹ ਉੱਥੇ ਕਿਵੇਂ ਜਾ ਸਕਦੀ ਸੀ? ਮੈਂ ਮਨ ਹੀ ਮਨ ਆਪਣੇ ਆਪ ਨੂੰ ਕੋਸਿਆ ਤੇ ਘਰ ਵਾਪਸ ਆ ਗਿਆ ਤੇ ਧਿਆਨ ਨਾਲ ਆਪਣੇ ਗੁਆਂਢੀ ਨਿਤੇਸ਼ ਦੇ ਘਰ ਵੱਲ ਦੇਖਿਆ ਜਿੱਥੇ ਉਹੀ ਡਰੈਸ ਅਜੇ ਤੱਕ ਲਟਕੀ ਹੋਈ ਸੀ। ਮੈਨੂੰ ਇੱਕ ਪਲ ਲਈ ਵੀ ਚੈਨ ਨਹੀਂ ਆ ਰਿਹਾ ਸੀ। ਇਤਫਾਕ 1 ਜਾਂ 2 ਵਾਰ ਹੋ ਸਕਦਾ ਹੈ, ਪਰ ਵਾਰ-ਵਾਰ ਨਹੀਂ। ਪਰ ਮੈਂ ਇਹ ਗੱਲ ਜ਼ੁਬਾਨ 'ਤੇ ਲਿਆਉਣ ਤੋਂ ਡਰਦਾ ਸੀ। ਅਜੇ ਮੇਰੇ ਵਿਆਹ ਨੂੰ ਦਿਨ ਹੀ ਕਿੰਨੇ ਹੋਏ ਸੀ ਤੇ ਸੀਮਾ ਨੂੰ ਮੇਰੀ ਗੱਲ ਨਾਲ ਕਿੰਨੀ ਤਕਲੀਫ ਹੋ ਸਕਦੀ ਸੀ। ਇਹ ਸੋਚ ਕੇ ਮੈਂ ਚੁੱਪ ਹੋ ਗਿਆ। ਮੈਨੂੰ ਉਹ ਦਿਨ ਯਾਦ ਆ ਰਿਹਾ ਸੀ ਜਿਸ ਦਿਨ ਮੇਰਾ ਵਿਆਹ ਹੋਇਆ ਸੀ ਤੇ ਮੈਂ ਸੀਮਾ ਨੂੰ ਦੁਲਹਨ ਬਣਾ ਕੇ ਘਰ ਲਿਆਇਆ ਸੀ ਤੇ ਉਸੇ ਦਿਨ ਮੇਰਾ ਗੁਆਂਢੀ ਨਿਤੇਸ਼ ਮੇਰੇ ਘਰ ਵਧਾਈ ਦੇਣ ਆਇਆ ਸੀ ਤੇ ਉਸ ਨੇ ਮੁਆਫੀ ਮੰਗੀ ਕਿ ਉਹ ਵਿਆਹ 'ਤੇ ਨਹੀਂ ਆ ਸਕਿਆ ਕਿਉਂਕਿ ਅੱਜ ਉਸ ਦਾ ਵੀ ਵਿਆਹ ਸੀ। ਉਸ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ ਤੇ ਮੈਂ ਮੁਸਕਰਾ ਕੇ ਉਸ ਨੂੰ ਗਲੇ ਲਾ ਕੇ ਵਧਾਈ ਦਿੱਤੀ ਤੇ ਉਸਨੇ ਲਿਆਂਦੇ ਹੋਏ ਮਿਠਾਈ ਦੇ ਡੱਬੇ 'ਚੋਂ ਇੱਕ ਲੱਡੂ ਕੱਢ ਕੇ ਜ਼ਬਰਦਸਤੀ ਮੈਨੂੰ ਖਵਾਇਆ। ਉਹ ਬਹੁਤ ਖੁਸ਼ ਲੱਗ ਰਿਹਾ ਸੀ ਆਪਣੇ ਵਿਆਹ ਤੋਂ। ਖੈਰ, ਖੁਸ਼ ਤਾਂ ਮੈਂ ਵੀ ਬਹੁਤ ਸੀ। ਮੇਰੀ ਵੀ ਲਵ ਕਮ ਅਰੇਂਜ ਮੈਰਿਜ ਸੀ ਸੀਮਾ ਨਾਲ। ਜਦੋਂ ਮੈਂ ਪਹਿਲੀ ਵਾਰ ਸੀਮਾ ਨੂੰ ਦੇਖਿਆ ਸੀ
ਉਸੇ ਸਮੇਂ ਉਸਨੂੰ ਦਿਲ ਦੇ ਬੈਠਾ ਸੀ। ਉਹ ਮੇਰੀ ਸੈਕਟਰੀ ਨੂੰ ਮਿਲਣ ਮੇਰੇ ਦਫ਼ਤਰ ਆਈ ਸੀ। ਉਹ ਮੇਰੀ ਸੈਕਟਰੀ ਮਾਲਤੀ ਦੀ ਸਹੇਲੀ ਸੀ ਤੇ ਉਹਨਾਂ ਦੋਵਾਂ ਨੇ ਸ਼ਾਪਿੰਗ ਤੋਂ ਬਾਅਦ ਇਕੱਠੇ ਲੰਚ ਤੇ ਜਾਣਾ ਸੀ, ਜਿਸ ਕਰਕੇ ਮਾਲਤੀ ਨੇ ਮੇਰੇ ਤੋਂ ਪਹਿਲਾਂ ਹੀ ਛੁੱਟੀ ਲੈ ਲਈ ਸੀ। ਸੰਜੋਗ ਨਾਲ ਉਸੇ ਸਮੇਂ ਮੈਂ ਕਿਸੇ ਕੰਮ ਲਈ ਬਾਹਰ ਜਾਣਾ ਸੀ। ਜਿਵੇਂ ਹੀ ਮੈਂ ਆਪਣੇ ਕੈਬਿਨ 'ਚੋਂ ਨਿਕਲਿਆ ਤਾਂ ਸਿੱਧਾ ਸੀਮਾ 'ਤੇ ਮੇਰੀ ਨਜ਼ਰ ਪਈ ਤੇ ਫਿਰ ਮੈਂ ਉਸਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ। ਉਹ ਇਸ ਤਰ੍ਹਾਂ ਮੈਨੂੰ ਆਪਣੇ ਵੱਲ ਦੇਖਦਾ ਦੇਖ ਕੇ ਥੋੜ੍ਹੀ ਦੇਰ ਲਈ ਅਸਹਿਜ ਮਹਿਸੂਸ ਕਰਨ ਲੱਗੀ ਤੇ ਮੈਂ ਜਲਦੀ ਨਾਲ ਆਪਣੀਆਂ ਨਜ਼ਰਾਂ ਦਾ ਰੁਖ ਮੋੜ ਲਿਆ। ਮੈਂ ਨਾ ਚਾਹੁੰਦਾ ਹੋਇਆ ਵੀ ਉੱਥੇ ਆ ਗਿਆ ਤੇ ਜਿਵੇਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਦੋਵੇਂ ਮੇਰੇ ਪਿੱਛੇ ਹੀ ਗੱਲਾਂ ਕਰਦੀਆਂ ਨਿਕਲੀਆਂ ਸਨ। ਸੀਮਾ ਮਾਲਤੀ ਦੀ ਕਿਸੇ ਗੱਲ ਤੇ ਖਿੜਖਿੜਾ ਕੇ ਹੱਸ ਰਹੀ ਸੀ ਤੇ ਉਸਦੇ ਲੰਮੇ ਵਾਲ ਹਵਾ 'ਚ ਲਹਿਰਾਉਂਦੇ ਹੋਏ ਉਸਦੇ ਚਿਹਰੇ ਤੇ ਆ ਰਹੇ ਸਨ, ਜਿਨ੍ਹਾਂ ਨੂੰ ਉਹ ਵਾਰ-ਵਾਰ ਪਿੱਛੇ ਕਰ ਰਹੀ ਸੀ। ਮੈਂ ਮੌਕਾ ਦੇਖ ਕੇ ਮਾਲਤੀ ਨੂੰ ਕਿਹਾ ਕਿ ਜੇਕਰ ਉਹ ਚਾਹੇ ਤਾਂ ਮੈਂ ਉਹਨਾਂ ਨੂੰ ਲਿਫਟ ਦੇ ਸਕਦਾ ਹਾਂ, ਕਿਉਂਕਿ ਮੈਂ ਵੀ ਉਸੇ ਪਾਸੇ ਜਾ ਰਿਹਾ ਹਾਂ। ਮੈਂ ਝੂਠ ਬੋਲਿਆ, ਪਰ ਮੈਂ ਉਸ ਪਾਸੇ ਨਹੀਂ ਜਾਣਾ ਸੀ ਜਿਸ ਪਾਸੇ ਉਹਨਾਂ ਦਾ ਪ੍ਰੋਗਰਾਮ ਸੀ, ਪਰ ਦਿਲ ਦੇ ਹੱਥ ਮਜਬੂਰ ਹੋ ਕੇ ਮੈਂ ਉਹਨਾਂ ਨੂੰ ਕਿਹਾ ਸੀ। ਮੇਰੀ ਗੱਲ ਤੇ ਮਾਲਤੀ ਬਹੁਤ ਖੁਸ਼ ਹੋਈ ਤੇ ਸੀਮਾ ਦਾ ਹੱਥ ਫੜ ਕੇ ਕਾਰ 'ਚ ਬੈਠ ਗਈ, ਪਰ ਸੀਮਾ ਕੁਝ ਝਿਜਕਦੇ ਹੋਏ ਬੈਠੀ ਸੀ। ਮੇਰਾ ਦਿਲ ਜਿਵੇਂ ਹਵਾਵਾਂ 'ਚ ਉੱਡਣ ਲੱਗਿਆ ਸੀ। ਬੈਕ ਵਿਊ ਮਿਰਰ 'ਚੋਂ ਮੈਂ ਉਸਨੂੰ ਹੀ ਦੇਖੀ ਜਾ ਰਿਹਾ ਸੀ। ਮੈਂ ਉਸੇ ਦਿਨ ਹੀ ਫੈਸਲਾ ਕਰ ਲਿਆ ਸੀ ਕਿ ਆਪਣਾ ਜੀਵਨ ਸਾਥੀ ਸਿਰਫ ਤੇ ਸਿਰਫ ਸੀਮਾ ਨੂੰ ਹੀ ਬਣਾਵਾਂਗਾ। ਮੈਂ ਉਸਦੇ ਪਿਆਰ 'ਚ ਇਸ ਤਰ੍ਹਾਂ ਕੈਦ ਹੋ ਚੁੱਕਾ ਸੀ ਕਿ ਮੈਨੂੰ ਸਬਰ ਵੀ ਨਾ ਹੋ ਸਕਿਆ ਤੇ 2 ਦਿਨ ਬਾਅਦ ਹੀ ਮੈਂ ਮਾਲਤੀ ਨੂੰ ਸਭ ਕੁਝ ਕਹਿ ਦਿੱਤਾ। ਉਹ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਤੇ ਉਸਨੇ ਦੱਸਿਆ ਕਿ ਸੀਮਾ ਇੱਕ ਲੋਅਰ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਨੌਕਰੀ ਕਰਕੇ ਆਪਣੇ ਮਾਤਾ-ਪਿਤਾ ਦੀ ਤੇ ਆਪਣੇ ਛੋਟੇ ਭਰਾ ਭੈਣਾਂ ਦੀ ਦੇਖਭਾਲ ਕਰਦੀ ਹੈ। ਮਾਲਤੀ, ਮੈਨੂੰ ਉਸਦੇ ਪਿਛੋਕੜ ਨਾਲ ਕੋਈ ਮਤਲਬ ਨਹੀਂ, ਬਸ ਮੈਨੂੰ ਉਹ ਪਸੰਦ ਹੈ। ਤੁਸੀਂ ਮੈਨੂੰ ਦੱਸੋ ਕਿ ਮੈਂ ਕਦੋਂ ਉਹਨਾਂ ਦੇ ਘਰ ਜਾ ਸਕਦਾ ਹਾਂ। ਮੈਂ ਪੁੱਛਿਆ ਤਾਂ ਉਸਨੇ ਮੈਨੂੰ ਜਲਦ ਹੀ ਦੱਸਣ ਦਾ ਵਾਅਦਾ ਕੀਤਾ ਤੇ ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਮੈਂ ਆਪਣੀ ਮਾਂ ਨੂੰ ਲੈ ਕੇ ਉਹਨਾਂ ਦੇ ਘਰ ਚਲਾ ਗਿਆ। ਉੱਥੇ ਸਾਡਾ ਸਵਾਗਤ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਤੇ ਪਹਿਲੀ ਹੀ ਮੁਲਾਕਾਤ 'ਚ ਸਾਡਾ ਰਿਸ਼ਤਾ ਮਨਜ਼ੂਰ ਕਰ ਲਿਆ ਗਿਆ। ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ। ਮਾਂ ਵੀ ਤਿਆਰੀ 'ਚ ਜੁਟ ਗਈ ਸੀ, ਕਿਉਂਕਿ ਉਹ ਮੇਰੇ ਨਾਲ ਨਹੀਂ ਰਹਿੰਦੀ ਸੀ। ਉਹਨਾਂ ਦਾ ਆਪਣੇ ਘਰ ਤੋਂ ਬਿਨਾਂ ਕਿਤੇ ਦਿਲ ਨਹੀਂ ਲੱਗਦਾ ਸੀ। ਜਦੋਂ ਕਿ ਮੈਂ ਨੌਕਰੀ ਕਰਕੇ ਮੁੰਬਈ ਰਹਿੰਦਾ ਸੀ, ਜਿੱਥੇ ਇੱਕ ਬਹੁਤ ਵੱਡੀ ਕੰਪਨੀ 'ਚ ਮੈਨੂੰ ਇੱਕ ਵੱਡੀ ਪੋਸਟ 'ਤੇ ਰੱਖਿਆ ਗਿਆ ਸੀ ਤੇ ਇਹ ਬੰਗਲਾ, ਕਾਰ ਸਭ ਉਹਨਾਂ ਵੱਲੋਂ ਸੀ। ਮੈਨੂੰ ਬਹੁਤ ਚੰਗਾ ਪੈਕੇਜ ਦਿੱਤਾ ਜਾਂਦਾ ਸੀ ਤੇ ਬੋਨਸ ਵਗੈਰਾ ਵੀ ਮਿਲਦਾ ਸੀ ਤੇ ਜੇਕਰ ਕਿਸੇ ਦੇਸ਼ 'ਚ ਬਾਹਰ ਜਾਣਾ ਹੁੰਦਾ ਸੀ ਤਾਂ ਕੰਪਨੀ ਹੋਰ ਜ਼ਿਆਦਾ ਪੈਸੇ ਦਿੰਦੀ ਸੀ। ਮੈਂ ਆਪਣੀ ਨੌਕਰੀ ਤੇ ਲਾਈਫ ਸਟਾਈਲ ਤੇ ਬਹੁਤ ਸੰਤੁਸ਼ਟ ਸੀ ਤੇ ਜਦੋਂ ਤੋਂ ਸੀਮਾ ਮੇਰੀ ਜ਼ਿੰਦਗੀ 'ਚ ਆਈ ਸੀ, ਉਦੋਂ ਤੋਂ ਲੱਗਦਾ ਸੀ ਕੋਈ ਕਮੀ ਨਹੀਂ ਸੀ ਜ਼ਿੰਦਗੀ 'ਚ। ਮੈਂ ਹਰ ਸਮੇਂ ਭਗਵਾਨ ਦਾ ਸ਼ੁਕਰੀਆ ਅਦਾ ਕਰਦਾ ਸੀ। ਸੀਮਾ ਵੀ ਮੇਰਾ ਬਹੁਤ ਖਿਆਲ ਰੱਖਦੀ ਸੀ ਤੇ ਉਹ ਹਰ ਤਰ੍ਹਾਂ ਨਾਲ ਵਧੀਆ ਜੀਵਨ ਸਾਥੀ ਸਾਬਤ ਹੋਈ ਸੀ। ਪਰ ਜਦੋਂ ਤੋਂ ਇਹ ਡਰੈਸ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਮੇਰੀ ਤਾਂ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ। ਹੁਣ ਤਾਂ ਮੈਂ ਸੀਮਾ ਨਾਲ ਗੱਲ ਵੀ ਨਹੀਂ ਕਰ ਸਕਦਾ ਸੀ। ਉਹ ਜਦੋਂ ਵੀ ਪੇਕੇ ਜਾਣ ਦਾ ਕਹਿੰਦੀ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਇੱਕ ਦਿਨ ਤਾਂ ਮੈਂ ਚੀਕ ਉੱਠਿਆ, ਸਾਰਾ ਦਿਨ ਮਾਂ ਦੇ ਘਰੇ ਜਾਣਾ ਦਾ ਸੋਚਦੀ ਰਹਿੰਦੀ ਹੈ, ਤੂੰ ਇੱਕ ਵਾਰ ਵੀ ਨਹੀਂ ਸੋਚਦੀ ਕਿ ਮੈਂ ਕੀ ਚਾਹੁੰਦਾ ਹਾਂ। ਮੇਰੀ ਆਵਾਜ਼ ਤੇਜ਼ ਹੋ ਗਈ ਸੀ, ਜਿਸ ਨੂੰ ਸੁਣ ਕੇ ਉਹ ਡਰ ਗਈ। ਕੀ ਹੋਇਆ ਅਜੇ? ਮੈਥੋਂ ਕੋਈ ਗਲਤੀ ਹੋਈ ਹੈ? ਉਹ ਅਚਾਨਕ ਰੋਣ ਲੱਗੀ ਤੇ ਉਸ ਦੇ ਖੂਬਸੂਰਤ ਚਿਹਰੇ ਤੇ ਡਰ ਦੇ ਨਿਸ਼ਾਨ ਸਨ, ਜਿਵੇਂ ਉਸਨੇ ਕੋਈ ਭੂਤ ਦੇਖ ਲਿਆ ਹੋਵੇ। ਮੇਰਾ ਦਿਲ ਉਸਨੂੰ ਇਸ ਤਰ੍ਹਾਂ ਦੇਖ ਕੇ ਪਿਘਲ ਗਿਆ ਤੇ ਮੈਂ ਆਪਣੇ ਇਸ ਰਵੱਈਏ ਲਈ ਉਸ ਤੋਂ ਮਾਫੀ ਮੰਗੀ ਤੇ ਕੁਝ ਹੀ ਦੇਰ ਬਾਅਦ ਮੈਂ ਉਸਨੂੰ ਪੇਕੇ ਛੱਡ ਕੇ ਆ ਗਿਆ। ਪਰ ਵਾਪਸ ਆਉਂਦੇ ਸਮੇਂ ਉਹੀ ਡਰੈਸ ਮੈਨੂੰ ਨਿਤੇਸ਼ ਦੇ ਘਰ ਤੇ ਲਟਕਦੀ ਦਿਸੀ। ਮੈਨੂੰ ਡਰ ਲੱਗਣ ਲੱਗਿਆ ਸੀ। ਹਰ ਵਾਰ ਮੈਂ ਸੱਚਾਈ ਜਾਣਨ ਲਈ ਵਾਪਸ ਜਾਂਦਾ ਸੀ ਤੇ ਸੀਮਾ ਤੇ ਉਸਦੇ ਘਰ ਵਾਲੇ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਸਨ ਤੇ ਮੈਂ ਕੋਈ ਨਾ ਕੋਈ ਬਹਾਨਾ ਬਣਾ ਕੇ ਉਲਟੇ ਕਦਮੀ ਉੱਥੋਂ ਵਾਪਸ ਆ ਜਾਂਦਾ। ਕੀ ਹੋ ਰਿਹਾ ਹੈ ਮੇਰੇ ਨਾਲ? ਕੁਝ ਸਮਝ ਨਹੀਂ ਆ ਰਿਹਾ ਸੀ। ਹੁਣ ਤਾਂ ਸੀਮਾ ਵੀ ਮੇਰੇ ਨਾਲ ਨਾਰਾਜ਼ ਰਹਿਣ ਲੱਗੀ ਸੀ। ਮੈਂ ਸਾਰਾ ਦਿਨ ਚਿੜਚਿੜਾ ਰਹਿਣ ਲੱਗਿਆ ਸੀ। ਦਫ਼ਤਰ 'ਚ ਵੀ ਲੋਕ ਮੇਰੀ ਸ਼ਿਕਾਇਤ ਕਰਨ ਲੱਗੇ ਸਨ। ਜੇਕਰ ਇਹ ਨੌਕਰੀ ਚਲੀ ਜਾਂਦੀ ਤਾਂ ਮੈਂ ਕਿਤੇ ਦਾ ਨਾ ਰਹਿੰਦਾ। ਇਸ ਲਈ ਮੈਨੂੰ ਆਪਣੇ ਦਿਲ ਤੇ ਦਿਮਾਗ ਨੂੰ ਤਰੋ ਤਾਜ਼ਾ ਕਰਨਾ ਪੈਂਦਾ। ਪਰ ਜਿਸ ਦੇ ਦਿਲ ਦਿਮਾਗ 'ਚ ਇੰਨਾ ਤੂਫਾਨ ਚੱਲਦਾ ਹੋਵੇ, ਉਹ ਭਲਾ ਠੀਕ ਕਿਵੇਂ ਰਹਿ ਸਕਦਾ ਸੀ? ਮਜਬੂਰਨ ਮੈਂ ਬਿਮਾਰੀ ਦਾ ਬਹਾਨਾ ਬਣਾ ਕੇ 2 ਹਫ਼ਤੇ ਦੀ ਛੁੱਟੀ ਲੈ ਲਈ। ਉਹਨਾਂ ਦਿਨਾਂ 'ਚ ਮੈਂ ਨੋਟਿਸ ਕੀਤਾ ਕਿ ਸੀਮਾ ਕੁਝ ਪਰੇਸ਼ਾਨ ਅਤੇ ਚਿੰਤਿਤ ਲੱਗ ਰਹੀ ਹੈ। ਕਦੇ-ਕਦੇ ਮੈਨੂੰ ਲੱਗਦਾ ਸੀ ਕਿ ਉਹ ਰਾਤ ਨੂੰ ਕਮਰੇ 'ਚੋਂ ਕਿਤੇ ਚਲੀ ਜਾਂਦੀ ਸੀ ਤੇ ਜਦੋਂ ਮੈਂ ਉੱਠ ਕੇ ਉਸਨੂੰ ਪੂਰੇ ਘਰ 'ਚ ਲੱਭਦਾ ਤਾਂ ਕਿਤੇ ਨਾ ਮਿਲਦੀ ਤੇ ਜਿਵੇਂ ਹੀ ਮੈਂ ਕਮਰੇ 'ਚ ਵਾਪਸ ਆਉਂਦਾ ਤਾਂ ਉਹ ਬੈੱਡ 'ਤੇ ਸੋ ਰਹੀ ਹੁੰਦੀ ਸੀ। ਇੱਕ ਰਾਤ ਮੈਂ ਉਸਨੂੰ ਜਗਾਇਆ, ਸੀਮਾ ਤੂੰ ਕਿੱਥੇ ਚਲੀ ਗਈ ਸੀ?
ਤਦ ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਅਜੇ ਤੁਹਾਨੂੰ ਦਿਖਾਈ ਨਹੀਂ ਦਿੰਦਾ। ਮੈਂ ਤਾਂ ਸੋ ਰਹੀ ਸੀ, ਸਗੋਂ ਬਾਹਰੋਂ ਤਾਂ ਤੁਸੀਂ ਆ ਰਹੇ ਹੋ। ਸ਼ਾਇਦ ਉਹ ਉਲਟਾ ਮੈਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੀ ਸੀ। ਇਸ ਗੱਲ ਤੇ ਮੈਂ ਚੁੱਪ ਹੋ ਗਿਆ ਤੇ ਕੋਈ ਜਵਾਬ ਦਿੱਤੇ ਬਿਨਾਂ ਆਪਣੀ ਜਗ੍ਹਾ ਤੇ ਪੈ ਗਿਆ। ਹੋ ਸਕਦਾ ਹੈ ਮੈਂ ਕੋਈ ਸੁਪਨਾ ਦੇਖਿਆ ਹੋਵੇ। ਉਸ ਦਿਨ ਤੋਂ ਬਾਅਦ ਸੀਮਾ ਉਖੜੀ ਜਿਹੀ ਰਹਿਣ ਲੱਗੀ ਸੀ। ਮੈਂ ਉਸ ਤੋਂ ਕਈ ਵਾਰ ਪੁੱਛਿਆ ਕਿ ਕੀ ਪਰੇਸ਼ਾਨੀ ਹੈ ਤਾਂ ਉਹ ਅਜੀਬ ਜਿਹੀਆਂ ਨਜ਼ਰਾਂ ਨਾਲ ਮੈਨੂੰ ਦੇਖਦੀ ਤੇ ਕਹਿੰਦੀ, ਕੀ ਹੋਇਆ ਹੈ ਤੁਹਾਨੂੰ ਅਜੇ? ਮੈਨੂੰ ਤੁਹਾਡੀ ਦਿਮਾਗੀ ਹਾਲਤ ਠੀਕ ਨਹੀਂ ਲੱਗਦੀ। ਉਸ ਦੇ ਇਸ ਤਰ੍ਹਾਂ ਦੇਖਣ ਤੇ ਮੈਂ ਆਪਣਾ ਸਿਰ ਫੜ ਲੈਂਦਾ। ਉਹ ਠੀਕ ਹੀ ਤਾਂ ਕਹਿ ਰਹੀ ਸੀ। ਮੈਂ ਅੱਜਕੱਲ ਉਲਟੀਆਂ ਸਿੱਧੀਆਂ ਗੱਲਾਂ ਹੀ ਤਾਂ ਕਰਦਾ ਰਹਿੰਦਾ ਸੀ, ਪਰ ਇਸ ਵਾਰ ਮੈਂ ਸੋਚ ਲਿਆ ਸੀ ਕਿ ਇਸ ਰਹੱਸ ਨੂੰ ਤਾਂ ਸੁਲਝਾਉਣਾ ਹੀ ਪਵੇਗਾ। ਤੇ ਜਿਵੇਂ ਹੀ ਮੈਂ ਸੀਮਾ ਨੂੰ ਪੇਕੇ ਛੱਡ ਕੇ ਵਾਪਸ ਆਇਆ ਤਾਂ ਦੇਖਿਆ ਕਿ ਰੋਜ਼ਾਨਾ ਵਾਂਗ ਉਹੀ ਬੈਂਗਣੀ ਜੋੜਾ ਨਿਤੇਸ਼ ਦੇ ਘਰ ਤੇ ਛੱਤ ਤੇ ਲਟਕ ਰਿਹਾ ਸੀ। ਕੁਝ ਸੋਚ ਕੇ ਮੈਂ ਅੰਦਰ ਗਿਆ ਤੇ ਪੌੜੀਆਂ ਚੜ੍ਹ ਕੇ ਸਿੱਧਾ ਛੱਤ ਤੇ ਆ ਗਿਆ। ਮੇਰੀ ਤੇ ਨਿਤੇਸ਼ ਦੀ ਛੱਤ ਬਿਲਕੁਲ ਨਾਲ ਲੱਗਦੀ ਸੀ। ਮੈਂ ਚਾਰੇ ਪਾਸੇ ਦੇਖਣ ਤੋਂ ਬਾਅਦ ਉਸ ਦੀ ਛੱਤ ਤੇ ਗਿਆ ਤੇ ਤਾਰ ਤੇ ਟੰਗੇ ਕੱਪੜੇ ਨੂੰ ਹੱਥ ਲਗਾ ਕੇ ਦੇਖਿਆ ਤਾਂ ਉਹ ਤਾਜ਼ਾ ਧੋਤਾ ਹੋਇਆ ਸੀ। ਉਸ 'ਚੋਂ ਪਾਣੀ ਡਿੱਗ ਰਿਹਾ ਸੀ। ਮੈਂ ਕਮੀਜ਼ ਵਾਲੇ ਹਿੱਸੇ ਨੂੰ ਵਿਚਕਾਰੋਂ ਪਾੜ ਦਿੱਤਾ ਤੇ ਉਹਨਾਂ ਕੱਪੜਿਆਂ ਨੂੰ ਨਫ਼ਰਤ ਨਾਲ ਦੇਖਣ ਲੱਗਿਆ ਜਿਨ੍ਹਾਂ ਨੇ ਮੈਨੂੰ ਬਹੁਤ ਤੜਫਾਇਆ ਸੀ। ਮੇਰੇ ਪੂਰੇ ਸਰੀਰ 'ਚ ਅੱਗ ਲੱਗ ਗਈ ਸੀ। ਮੈਂ ਜਿਵੇਂ ਆਇਆ ਸੀ ਉਵੇਂ ਹੀ ਵਾਪਸ ਚਲਾ ਗਿਆ ਤੇ ਫਿਰ ਤੋਂ ਆਪਣੇ ਸਹੁਰੇ ਘਰ ਵੱਲ ਘਰ ਭਜਾਈ। ਅੱਜ ਮੈਨੂੰ ਸੱਚਾਈ ਦਾ ਪਤਾ ਲਗਾਉਣਾ ਸੀ ਤੇ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਸੀ। ਮੈਂ ਤੇਜ਼ ਰਫ਼ਤਾਰ ਨਾਲ ਘਰ ਭਜਾਈ ਤੇ ਜਿਵੇਂ ਹੀ ਮੈਂ ਸੀਮਾ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਸੀਮਾ ਨੇ ਹੀ ਦਰਵਾਜ਼ਾ ਖੋਲ੍ਹਿਆ। ਉਹ ਮੈਨੂੰ ਦੇਖ ਕੇ ਹੈਰਾਨ ਨਹੀਂ ਹੋਈ ਸੀ ਕਿਉਂਕਿ ਮੈਂ ਹਮੇਸ਼ਾ ਹੀ ਵਾਪਸ ਜਾਂਦਾ ਸੀ, ਪਰ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਕਿਉਂਕਿ ਉਸ ਦੀ ਕਮੀਜ਼ ਵਿਚਕਾਰੋਂ ਪਾਟੀ ਹੋਈ ਸੀ, ਬਿਲਕੁਲ ਉਵੇਂ ਹੀ ਜਿਵੇਂ ਮੈਂ ਪਾੜੀ ਸੀ। ਇਹ ਸਭ ਦੇਖ ਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਆਪਣੇ ਹੋਸ਼ ਗਵਾ ਬੈਠਾ ਤੇ ਬਿਨਾਂ ਸੋਚੇ ਸਮਝੇ ਸੀਮਾ ਦੀ ਗੱਲ ਤੇ ਜ਼ੋਰ ਨਾਲ ਥੱਪੜ ਮਾਰਿਆ। ਉਹ ਇਸ ਹਮਲੇ ਲਈ ਤਿਆਰ ਨਹੀਂ ਸੀ ਤੇ ਚੱਕਰ ਖਾ ਕੇ ਡਿੱਗ ਪਈ ਤੇ ਉੱਚੀ ਚੀਖ ਕੇ ਸਾਰਿਆਂ ਨੂੰ ਬੁਲਾਉਣ ਲੱਗੀ। ਮਾਂ, ਭਰਾ, ਪਿਤਾ ਜੀ ਉਸ ਨੂੰ ਇਸ ਤਰ੍ਹਾਂ ਚੀਕਣ ਤੇ ਇਕੱਠੇ ਹੋ ਗਏ ਤੇ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਮੈਂ ਉਸ ਦਾ ਹੱਥ ਫੜਿਆ ਤੇ ਖਿੱਚ ਲਿਆ ਤੇ ਕਿਹਾ ਕਿ ਚੱਲ ਮੇਰੇ ਨਾਲ। ਮੇਰਾ ਸਹੁਰਾ ਹੈਰਾਨ ਪਰੇਸ਼ਾਨ ਹੋ ਕੇ ਅੱਗੇ ਆ ਗਿਆ ਤੇ ਪੁੱਛਣ ਲੱਗਿਆ ਕਿ ਕੀ ਹੋਇਆ ਬੇਟਾ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਮੇਰੀ ਸਾਹ ਫੁੱਲ ਰਹੀ ਸੀ। ਤੁਸੀਂ ਇਹ ਸਭ ਆਪਣੀ ਬੇਟੀ ਤੋਂ ਕਿਉਂ ਨਹੀਂ ਪੁੱਛਦੇ? ਕਿਸ ਨੂੰ ਬੇਵਕੂਫ ਬਣਾ ਰਹੀ ਹੈ? ਮੈਂ ਉਸ ਵੱਲ ਇਸ਼ਾਰਾ ਕਰਕੇ ਉਹਨਾਂ ਨੂੰ ਦੱਸਣ ਲੱਗਿਆ। ਪਰ ਬੇਟਾ ਇਸਨੇ ਕੀਤਾ ਕੀ ਹੈ? ਮੇਰੇ ਸਹੁਰੇ ਨੇ ਮੇਰਾ ਹੱਥ ਫੜ ਕੇ ਨਰਮੀ ਨਾਲ ਪੁੱਛਿਆ। ਅੰਕਲ, ਇਸ ਨੂੰ ਪੁੱਛੋ ਕਿ ਇਸ ਦੀ ਕਮੀਜ਼ ਕਿਵੇਂ ਫਾਟੀ। ਮੇਰੀਆਂ ਗੱਲਾਂ ਤੋਂ ਉਹ ਸਾਰੇ ਹੈਰਾਨ ਹੋ ਕੇ ਇੱਕ ਦੂਜੇ ਵੱਲ ਦੇਖ ਰਹੇ ਸਨ, ਪਰ ਇਸ ਦੀ ਕਮੀਜ਼ ਤਾਂ ਹੁਣੇ ਗੇਟ ਰਾਹੀਂ ਅੰਦਰ ਆਉਂਦੇ ਹੋਏ ਦਰਵਾਜ਼ੇ ਤੇ ਲੱਗੀ ਕਿਲ 'ਚ ਫਸ ਕੇ ਫਟੀ ਹੈ। ਉਹ ਸਾਰੇ ਇੱਕ ਜ਼ੁਬਾਨ ਹੋ ਕੇ ਮੈਨੂੰ ਦੱਸਣ ਲੱਗੇ। ਸੀਮਾ ਅਜੇ ਤੱਕ ਜ਼ਮੀਨ ਤੇ ਬੈਠੀ ਹੰਝੂ ਘੇਰ ਰਹੀ ਸੀ। ਇਹ ਨਹੀਂ ਹੋ ਸਕਦਾ, ਤੁਸੀਂ ਸਾਰੇ ਇਸ ਨਾਲ ਮਿਲੇ ਹੋਏ ਹੋ, ਇਸ ਦਾ ਝੂਠ 'ਚ ਸਾਥ ਦੇ ਰਹੇ ਹੋ। ਮੈਂ ਹੁਣ ਆਪਣੇ ਦਿਮਾਗ ਤੋਂ ਬਾਹਰ ਹੋ ਚੁੱਕਾ ਸੀ ਤੇ ਸੀਮਾ ਨੂੰ ਜ਼ਬਰਦਸਤੀ ਘੜੀਸਦਾ ਹੋਇਆ ਉੱਥੋਂ ਲੈ ਆਇਆ। ਉਸ ਦੇ ਮਾਤਾ ਪਿਤਾ ਮਿੰਨਤਾਂ ਤਰਲੇ ਕੱਢਣ ਲੱਗੇ ਪਰ ਮੈਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ। ਸੀਮਾ ਸਾਰੇ ਰਸਤੇ ਰੋਂਦੀ ਰਹੀ ਪਰ ਮੈਨੂੰ ਉਸ 'ਤੇ ਭੋਰਾ ਵੀ ਤਰਸ ਨਹੀਂ ਆ ਰਿਹਾ ਸੀ। ਘਰ ਪਹੁੰਚ ਕੇ ਮੈਂ ਉਸ ਦੇ ਵਾਲਾਂ ਨੂੰ ਫੜਿਆ ਤੇ ਕਿਹਾ ਕਿ ਦੱਸ ਕੀ ਚੱਕਰ ਹੈ ਤੇਰਾ ਨਿਤੇਸ਼ ਨਾਲ? ਉਹ ਕੀ ਆਖ ਰਹੇ ਹੋ ਅਜੇ? ਉਹ ਚੀਕੀ ਪਰ ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ। ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਇਹ ਕੀ ਪਾਗਲਪਨ ਹੈ? ਤੁਸੀਂ ਇੰਨਾ ਗਲਤ ਕਿਵੇਂ ਸੋਚ ਸਕਦੇ ਹੋ? ਉਹ ਫਿਰ ਚੀਕੀ ਪਰ ਮੈਨੂੰ ਹੁਣ ਉਸ ਦੀ ਕੋਈ ਪਰਵਾਹ ਨਹੀਂ ਸੀ। ਮੈਂ ਕੋਈ ਨੀਚ ਇਨਸਾਨ ਨਹੀਂ ਸੀ ਜੋ ਅੱਖੀ ਦੇਖੀ ਮੱਖੀ ਨਿਗਲ ਲੈਂਦਾ, ਪਰ ਉਹ ਲਗਾਤਾਰ ਇਨਕਾਰ ਕਰਦੀ ਜਾ ਰਹੀ ਸੀ। ਮੇਰਾ ਗੁੱਸੇ ਨਾਲ ਬੁਰਾ ਹਾਲ ਸੀ। ਮੈਂ ਉਸ ਨੂੰ ਕਿਹਾ ਕਿ ਜੇਕਰ ਉਹ ਸੱਚ ਦੱਸ ਦੇਵੇਗੀ ਤਾਂ ਮੈਂ ਉਸ ਨੂੰ ਕੁਝ ਨਹੀਂ ਕਹਾਂਗਾ, ਬਸ ਉਹ ਇੱਕ ਵਾਰ ਆਪਣੀ ਗੱਲ ਮੰਨ ਲਵੇ। ਮੈਨੂੰ ਲੱਗ ਰਿਹਾ ਸੀ ਕਿ ਮੇਰੇ ਦਿਮਾਗ ਦੀਆਂ ਨਸਾਂ ਫਟ ਜਾਣਗੀਆਂ। ਤਦ ਅਚਾਨਕ ਮੈਂ ਦੇਖਿਆ ਕਿ ਪੁਲਿਸ ਉੱਥੇ ਪਹੁੰਚ ਗਈ ਸੀ। ਉਹਨਾਂ 'ਚੋਂ ਇੱਕ ਮਹਿਲਾ ਕਾਂਸਟੇਬਲ ਨੇ ਆਉਂਦੇ ਹੀ ਸੀਮਾ ਨੂੰ ਮੇਰੇ ਹੱਥੋਂ ਛੁਡਾਇਆ ਤੇ ਉਸ ਨੂੰ ਸੋਫੇ ਤੇ ਬਿਠਾ ਦਿੱਤਾ। ਉਸ ਦੇ ਬਿਆਨ ਲੈਣ ਲੱਗੀ ਤੇ ਜਦੋਂ ਕਿ ਮੈਨੂੰ ਹੱਥਕੜੀ ਲਗਾ ਦਿੱਤੀ। ਇਹ ਸਭ ਕੀ ਹੈ? ਮੈਂ ਚੀਕਿਆ। ਇਹ ਤਾਂ ਪੁੱਤ ਤੈਨੂੰ ਥਾਣੇ ਚੱਲ ਕੇ ਪਤਾ ਲੱਗ ਜਾਵੇਗਾ। ਉਹ ਪੁਲਿਸ ਇੰਸਪੈਕਟਰ ਹੱਸਣ ਲੱਗਿਆ ਤੇ ਮੈਨੂੰ ਘੜੀਸਦਾ ਹੋਇਆ ਗੱਡੀ 'ਚ ਪਾ ਲਿਆ। ਜਦੋਂ ਕਿ ਜਾਂਦੇ ਸਮੇਂ ਮੇਰੇ ਕੰਨਾਂ ਸੀਮਾ ਦੀ ਆਵਾਜ਼ ਲਗਾਤਾਰ ਗੂੰਜਦੀ ਰਹੀ ਕਿ ਮੇਰਾ ਪਤੀ ਪਾਗਲ ਹੈ। ਪਹਿਲੇ ਦਿਨ ਤੋਂ ਹੀ ਇਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਆ ਰਹੇ ਹਨ। ਸੀਮਾ ਪੁਲਿਸ ਨੂੰ ਦੱਸਦੀ ਜਾ ਰਹੀ ਸੀ ਤੇ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਹ ਜਿਸ ਨੂੰ ਮੈਂ ਦਿਲੋਂ ਚਾਹਿਆ, ਉਹ ਇਹ ਕੀ ਆਖ ਰਹੀ ਹੈ? ਮੇਰਾ ਹਵਾਲਾ 'ਚ ਅੱਜ ਦੂਜਾ ਦਿਨ ਸੀ ਤੇ ਸੀਮਾ ਨੇ ਮੇਰੀ ਖਬਰ ਤੱਕ ਨਾ ਲਈ।
ਮੈਨੂੰ ਉਸ ਗੱਲ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ। ਜੋ ਕੁਝ ਵੀ ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਮੈਂ ਇੱਕ ਦਿਮਾਗੀ ਮਰੀਜ਼ ਹਾਂ ਤੇ ਮੈਨੂੰ ਪਾਗਲਪਨ ਦੇ ਦੌਰੇ ਪੈਂਦੇ ਹਨ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਰਾਤ ਪੁਲਿਸ ਨੂੰ ਨਿਤੇਸ਼ ਨੇ ਫੋਨ ਕੀਤਾ ਸੀ, ਜੋ ਮੇਰਾ ਗੁਆਂਢੀ ਸੀ ਤੇ ਜਿਸ ਕਰਕੇ ਇਹ ਸਿਲਸਿਲਾ ਸ਼ੁਰੂ ਹੋਇਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਹੈ। ਸੀਮਾ ਨੇ ਮੇਰੇ ਖਿਲਾਫ ਕੇਸ ਫਾਈਲ ਕੀਤਾ ਸੀ ਤੇ ਪਤਾ ਨਹੀਂ ਕੀ ਦੋਸ਼ ਲਗਾਏ ਸਨ ਮੇਰੇ ਤੇ। ਮੇਰੇ ਮਾਤਾ ਪਿਤਾ ਬਹੁਤ ਕੋਸ਼ਿਸ਼ ਕਰ ਰਹੇ ਸਨ ਪਰ ਮੇਰੀ ਜ਼ਮਾਨਤ ਨਹੀਂ ਹੋ ਰਹੀ ਸੀ। ਮਾਮਲੇ ਅਨੁਸਾਰ ਮੇਰਾ ਮੈਡੀਕਲ ਚੈੱਕਅਪ ਹੋਣਾ ਸੀ ਤੇ ਰਿਪੋਰਟ ਆਉਣ ਤੇ ਬਾਅਦ ਹੀ ਮੇਰੀ ਜ਼ਮਾਨਤ ਹੋ ਸਕਦੀ ਸੀ। 2 ਦਿਨ ਬਾਅਦ ਜਦੋਂ ਮਨੋਵਿਗਿਆਨਿਕ ਨੇ ਮੈਨੂੰ ਸਵਾਲ ਪੁੱਛੇ ਤਾਂ ਮੈਂ ਉਹਨਾਂ ਨੂੰ ਸਾਰਾ ਕਿੱਸਾ ਸੁਣਾ ਦਿੱਤਾ, ਜਿਸ ਨੂੰ ਸੁਣ ਕੇ ਉਹ ਵੀ ਮੈਨੂੰ ਅਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਜਿਵੇਂ ਮੈਂ ਕੋਈ ਪਾਗਲ ਹਾਂ। ਤੇ ਉਹਨਾਂ ਦੇ ਇਸ ਤਰ੍ਹਾਂ ਦੇਖਣ ਤੇ ਮੈਨੂੰ ਅਚਾਨਕ ਗੁੱਸਾ ਆ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਪਾਗਲ ਹਾਂ? ਉਹ ਮੈਨੂੰ ਸਮਝਾਉਣ ਲੱਗੇ ਕਿ ਦੇਖੋ ਮਿਸਟਰ ਅਜੇ, ਤੁਸੀਂ ਜੋ ਕਿੱਸਾ ਦੱਸ ਰਹੇ ਹੋ ਉਹ ਅਸੰਭਵ ਜਿਹੀ ਗੱਲ ਹੈ। ਇਤਫਾਕ 1 ਜਾਂ 2 ਵਾਰ ਹੋ ਸਕਦਾ ਹੈ ਪਰ ਵਾਰ-ਵਾਰ ਨਹੀਂ। ਉਹ ਆਰਾਮ ਨਾਲ ਕਹਿ ਰਿਹਾ ਸੀ ਕਿ ਸਗੋਂ ਮੇਰਾ ਸਾਹ ਚੜਨ ਲੱਗਿਆ ਸੀ। ਡਾਕਟਰ ਸਾਹਿਬ, ਇਹੀ ਤਾਂ ਮੈਂ ਸਮਝਾ ਰਿਹਾ ਹਾਂ ਕਿ ਉਹ ਇਤਫਾਕ ਨਹੀਂ ਸੀ। ਮੈਂ ਹੁਣ ਆਪਣੇ ਆਪ ਨੂੰ ਕਾਬੂ ਨਹੀਂ ਰੱਖ ਪਾ ਰਿਹਾ ਸੀ ਤੇ ਡਾਕਟਰ ਨੇ ਮੇਰੀ ਹਾਂ 'ਚ ਹਾਂ ਮਿਲਾ ਕੇ ਮੈਨੂੰ ਚੁੱਪ ਕਰਵਾ ਦਿੱਤਾ ਸੀ, ਜਦੋਂ ਕਿ ਆਪਣੀ ਰਿਪੋਰਟ 'ਚ ਉਹਨਾਂ ਨੇ ਮੈਨੂੰ ਇੱਕ ਮਾਨਸਿਕ ਰੋਗੀ ਹੀ ਲਿਖ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਜੱਜ ਨੇ ਮੈਨੂੰ ਮਹੀਨੇ ਲਈ ਮੈਂਟਲ ਹਸਪਤਾਲ 'ਚ ਭੇਜ ਦਿੱਤਾ। ਮੈਂ ਚੀਕਦਾ ਰਿਹਾ ਕਿ ਮੈਂ ਪਾਗਲ ਨਹੀਂ ਹਾਂ, ਪਰ ਉੱਥੇ ਕਿਸੇ ਨੂੰ ਕੋਈ ਫਰਕ ਨਾ ਪਿਆ। ਸਾਰੇ ਮੈਨੂੰ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਮੈਨੂੰ ਹਸਪਤਾਲ 'ਚ ਹਰ ਜਗ੍ਹਾ ਇਹ ਸੁਣਨਾ ਪਿਆ ਕਿ ਬੇਚਾਰਾ ਕਿੰਨਾ ਸੋਹਣਾ ਨੌਜਵਾਨ ਹੈ। ਦੇਖੋ, ਪਤਾ ਨਹੀਂ ਕੀ ਸਦਮਾ ਲਗਾ ਕੇ ਆਪਣੇ ਹੋਸ਼ ਗਵਾ ਬੈਠਾ ਹੈ। ਇਹਨਾਂ 2 ਮਹੀਨਿਆਂ 'ਚ ਮੇਰੇ ਨਾਲ ਜੋ ਕੁਝ ਵੀ ਹੋਇਆ ਸੀ ਉਹ ਮੇਰੀ ਸਮਝ ਤੋਂ ਪਰੇ ਸੀ। ਸ਼ਾਇਦ ਮੈਂ ਸੱਚਮੁੱਚ ਪਾਗਲ ਹੋ ਚੁੱਕਾ ਸੀ। ਮੈਨੂੰ ਪਾਗਲਖਾਨੇ 'ਚ 1 ਹਫ਼ਤਾ ਹੋ ਚੁੱਕਿਆ ਸੀ। ਜਦੋਂ ਮੈਨੂੰ ਕੋਈ ਮਿਲਣ ਆਇਆ, ਮੈਂ ਮੁਲਾਕਾਤ ਵਾਲੀ ਜਗ੍ਹਾ ਤੇ ਪਹੁੰਚਿਆ ਤਾਂ ਉੱਥੇ ਨਿਤੀਸ਼ ਤੇ ਸੀਮਾ ਨੂੰ ਦੇਖ ਕੇ ਮੈਨੂੰ ਬਹੁਤ ਝਟਕਾ ਲੱਗਿਆ। ਤੁਸੀਂ ਦੋਵੇਂ ਇਕੱਠੇ? ਮੈਂ ਬਸ ਇੰਨਾ ਹੀ ਆਖ ਸਕਿਆ। ਹਾਂ ਅਜੇ, ਅਸੀਂ ਦੋਵੇਂ ਇਕੱਠੇ ਇਸ ਲਈ ਆਏ ਹਾਂ ਤਾਂ ਕਿ ਤੈਨੂੰ ਤੇਰੀ ਗਲਤੀ ਦੱਸ ਸਕੀਏ। ਉਹ ਮੁਸਕਰਾਏ ਤੇ ਕਿਹਾ ਕਿ ਤੈਨੂੰ ਸੁਪਨਾ ਯਾਦ ਹੈ? ਮੈਂ ਹੈਰਾਨੀ ਨਾਲ ਕਿਹਾ ਕਿ ਕੌਣ ਸੁਪਨਾ? ਉਹਨਾਂ ਕਿਹਾ ਕਿ ਤੈਨੂੰ ਕਿਵੇਂ ਯਾਦ ਹੋਵੇਗਾ ਭਲਾ, ਕਿਉਂਕਿ ਤੂੰ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਪਤਾ ਨਹੀਂ ਕਿੰਨੀਆਂ ਲੜਕੀਆਂ ਨੂੰ ਇਸ਼ਕ ਦੇ ਜਾਲ 'ਚ ਫਸਾਇਆ ਹੋਵੇਗਾ, ਜਿਨ੍ਹਾਂ 'ਚ ਇੱਕ ਲੜਕੀ ਸੁਪਨਾ ਵੀ ਸੀ, ਜੋ ਕਿ ਮੇਰੀ ਛੋਟੀ ਭੈਣ ਸੀ ਤੇ ਉਹ ਦੂਜੀਆਂ ਲੜਕੀਆਂ ਤੋਂ ਬਹੁਤ ਵੱਖਰੀ ਸੀ। ਬਹੁਤ ਨਰਮ ਦਿਲ ਸੀ ਉਹ। ਤੇਰੇ ਟਾਈਮ ਪਾਸ ਨੂੰ ਸੱਚਾ ਪਿਆਰ ਸਮਝ ਬੈਠੀ ਸੀ ਤੇ ਤੂੰ ਉਸ ਨਾਲ ਵਿਆਹ ਕਰਨ ਤੋਂ ਨਾ ਕਰ ਦਿੱਤੀ ਕਿ ਤੂੰ ਉਸ ਨੂੰ ਸਿਰਫ ਆਪਣਾ ਦੋਸਤ ਸਮਝਦਾ ਸੀ। ਜਦੋਂ ਉਹ ਮਾਸੂਮ ਲੜਕੀ ਨੇ ਛੱਤ ਤੋਂ ਕੁੱਦ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ 'ਚ ਉਹ ਬਚ ਤਾਂ ਗਈ ਪਰ ਹਮੇਸ਼ਾ ਲਈ ਅਪਾਹਿਜ ਹੋ ਕੇ ਰਹਿ ਗਈ। ਹੁਣ ਤੱਕ ਉਹ ਸਿਰਫ ਦਵਾਈਆਂ ਦੇ ਸਹਾਰੇ ਹੀ ਜਿਉਂਦੀ ਹੈ। ਮੈਂ ਜਦੋਂ ਵੀ ਆਪਣੀ ਭੈਣ ਨੂੰ ਇਸ ਹਾਲਤ 'ਚ ਦੇਖਦਾ ਹਾਂ ਤਾਂ ਮੈਨੂੰ ਉਸ ਆਦਮੀ ਨਾਲ ਸਖਤ ਨਫ਼ਰਤ ਮਹਿਸੂਸ ਹੁੰਦੀ ਸੀ। ਫਿਰ ਇੱਕ ਦਿਨ ਮੈਨੂੰ ਸਪਨਾ ਦੀ ਡਾਇਰੀ ਮਿਲ ਗਈ, ਜਿਸ 'ਚ ਉਸਨੇ ਤੇਰੇ ਬਾਰੇ ਸਭ ਕੁਝ ਲਿਖਿਆ ਸੀ ਤੇ ਉਸੇ ਦਿਨ ਮੈਂ ਤੇਥੋਂ ਬਦਲਾ ਲੈਣ ਦਾ ਫੈਸਲਾ ਕੀਤਾ। ਮੈਂ ਤੈਨੂੰ ਬਰਬਾਦ ਕਰ ਦੇਣਾ ਚਾਹੁੰਦਾ ਸੀ। ਸਭ ਤੋਂ ਪਹਿਲਾਂ ਤਾਂ ਮੈਂ ਤੇਰੇ ਘਰ ਦੇ ਨਾਲ ਘਰ ਖਰੀਦ ਲਿਆ। ਸੀਮਾ, ਜੋ ਮੇਰੇ ਹੀ ਦਫ਼ਤਰ 'ਚ ਕੰਮ ਕਰਦੀ ਸੀ, ਇਸ ਦੀ ਛੋਟੀ ਜਿਹੀ ਨੌਕਰੀ ਸੀ। ਬਹੁਤ ਮੁਸ਼ਕਿਲ ਨਾਲ ਇਸ ਦੇ ਘਰ ਦਾ ਖਰਚਾ ਚੱਲਦਾ ਸੀ, ਪਰ ਇਹ ਬਹੁਤ ਸੋਹਣੀ ਸੀ। ਇਸ ਲਈ ਮੈਂ ਸੀਮਾ ਨੂੰ ਇੱਕ ਵੱਡੀ ਰਕਮ ਦੇ ਬਦਲੇ 'ਚ ਇਹ ਸਭ ਨਾਟਕ ਕਰਨ ਨੂੰ ਕਿਹਾ ਸੀ ਤੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਤੂੰ ਸੀਮਾ ਨੂੰ ਪਹਿਲੀ ਹੀ ਨਜ਼ਰ 'ਚ ਪਸੰਦ ਕਰ ਲਿਆ ਸੀ। ਮੈਨੂੰ ਪਤਾ ਸੀ ਕਿ ਤੂੰ ਸੀਮਾ ਵਰਗੀ ਸੋਹਣੀ ਲੜਕੀ ਨੂੰ ਕਦੇ ਇਗਨੋਰ ਨਹੀਂ ਕਰ ਸਕਦਾ ਤੇ ਤੂੰ ਸੀਮਾ ਨਾਲ ਵਿਆਹ ਕਰ ਲਿਆ। ਫਿਰ ਮੈਂ ਜੋ ਪਲਾਨ ਬਣਾਇਆ ਸੀ ਉਸ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਤੂੰ ਕਈ ਦਿਨਾਂ ਤੱਕ ਮੇਰੇ ਘਰ ਵੱਲ ਨਹੀਂ ਦੇਖਿਆ, ਪਰ ਇੱਕ ਦਿਨ ਤੇਰੀ ਨਜ਼ਰ ਮੇਰੀ ਛੱਤ ਤੇ ਪੈ ਗਈ, ਜੋ ਕਿ ਤੇਰੀ ਬਰਬਾਦੀ ਦਾ ਕਾਰਨ ਬਣੀ। ਤੇ ਇਹੀ ਨਹੀਂ, ਮੈਂ ਸੀਮਾ ਨੂੰ ਕੁਝ ਅਜਿਹੀਆਂ ਦਵਾਈਆਂ ਵੀ ਦਿੱਤੀਆਂ ਸਨ ਜਿਸ ਨਾਲ ਤੂੰ ਆਪਣਾ ਹੋਸ਼ ਗਵਾ ਬੈਠੀ ਤੇ ਤੈਨੂੰ ਗੁੱਸਾ ਆਉਂਦਾ ਰਹੇ ਤਾਂ ਕਿ ਹਰ ਕੋਈ ਤੈਨੂੰ ਪਾਗਲ ਸਮਝੇ। ਇਹ ਸਭ ਦੱਸਦੇ ਹੋਏ ਉਹ ਬਹੁਤ ਖੁਸ਼ ਲੱਗ ਰਿਹਾ ਸੀ, ਜਦੋਂ ਕਿ ਸੀਮਾ ਚੁੱਪ ਖੜੀ ਸੀ। ਮੈਨੂੰ ਹੌਲੀ ਸਭ ਕੁਝ ਯਾਦ ਆਉਣ ਲੱਗਿਆ ਸੀ। ਹੁਣ ਮੈਨੂੰ ਗੁੱਸਾ ਨਹੀਂ ਆਉਂਦਾ ਸੀ ਕਿਉਂਕਿ ਮੈਂ ਇੱਕ ਨਰਮ ਸੁਭਾਅ ਦਾ ਬੰਦਾ ਸੀ ਤੇ ਇਹ ਸਭ ਨਿਤੇਸ਼ ਦੀਆਂ ਦਿੱਤੀਆਂ ਦਵਾਈਆਂ ਦਾ ਅਸਰ ਸੀ। ਜਦੋਂ ਕਿ ਇੱਥੇ ਮੈਨੂੰ ਸ਼ਾਂਤ ਰਹਿਣ ਦੀ ਦਵਾਈ ਦਿੱਤੀ ਜਾਂਦੀ ਸੀ। ਹੁਣ ਮੈਨੂੰ ਪਾਗਲਪਨ ਦੇ ਦੌਰੇ ਨਹੀਂ ਪੈਂਦੇ ਸਨ ਤੇ ਅੱਜ ਵੀ ਮੈਂ ਪੂਰੀ ਹੋਸ਼ ਸੀ। ਮੈਂ ਬਹੁਤ ਮੁਸ਼ਕਿਲ ਨਾਲ ਆਪਣਾ ਮੂੰਹ ਖੋਲ੍ਹਿਆ ਤੇ ਬੋਲਿਆ ਕਿ ਸਪਨਾ ਨਾਲ ਜੋ ਕੁਝ ਹੋਇਆ ਸੀ ਉਸ ਦਾ ਮੈਨੂੰ ਬਹੁਤ ਅਫਸੋਸ ਹੈ, ਪਰ ਤੂੰ ਬਹੁਤ ਵੱਡੀ ਭੁੱਲ ਕਰ ਦਿੱਤੀ। ਸਪਨਾ ਤੇ ਮੈਂ ਕਲਾਸਮੇਟ ਸੀ, ਪਰ ਸਪਨਾ ਜਿਸ ਅਜੇ ਨੂੰ ਚਾਹੁੰਦੀ ਸੀ ਉਹ ਸਾਡੇ ਤੋਂ ਸੀਨੀਅਰ ਸੀ। ਮੇਰੀ ਤਾਂ ਸਪਨਾ ਨਾਲ ਕਦੇ ਕੋਈ ਗੱਲ ਵੀ ਨਹੀਂ ਹੋਈ ਸੀ।
ਉਹ ਹਰ ਸਮੇਂ ਫਾਈਨਲ ਈਅਰ ਦੇ ਅਜੇ ਨਾਲ ਦਿਖਾਈ ਦਿੰਦੀ ਸੀ, ਜੋ ਕਿ ਅਮੀਰ ਤੇ ਵਿਗੜੀ ਹੋਈ ਔਲਾਦ ਸੀ ਤੇ ਰੋਜ਼ਾਨਾ ਇੱਕ ਨਵੀਂ ਲੜਕੀ ਨੂੰ ਵਸਾਉਂਦਾ ਸੀ। ਮੈਨੂੰ ਕੁਝ ਪਤਾ ਨਹੀਂ ਸੀ ਕਿ ਸਪਨਾ ਨੇ ਯੂਨੀਵਰਸਿਟੀ ਆਉਣਾ ਕਿਉਂ ਬੰਦ ਕਰ ਦਿੱਤਾ ਸੀ। ਮੈਂ ਬਸ ਆਪਣੀ ਪੜ੍ਹਾਈ ਤੋਂ ਮਤਲਬ ਰੱਖਦਾ ਸੀ ਤੇ ਜਦੋਂ ਤੂੰ ਸਪਨਾ ਦੀ ਡਾਇਰੀ 'ਚ ਅਜੇ ਨਾਂ ਲਿਖਿਆ ਦੇਖਿਆ ਤਾਂ ਬਦਕਿਸਮਤੀ ਨਾਲ ਉਸ ਦੇ ਕਲਾਸ 'ਚ ਜੋ ਅਜੇ ਸੀ ਉਹ ਮੈਂ ਸੀ। ਤੂੰ ਬਸ ਉਸ ਦੀ ਕਲਾਸ 'ਚ ਦੇਖ ਕੇ ਮੈਨੂੰ ਸਮਝ ਲਿਆ ਕਿ ਮੈਂ ਹੀ ਉਹੀ ਅਜੇ ਹਾਂ ਤੇ ਆ ਗਿਆ ਮੇਰੀ ਜ਼ਿੰਦਗੀ ਬਰਬਾਦ ਕਰਨ। ਘੱਟੋ ਘੱਟ ਇੱਕ ਵਾਰ ਕਿਸ ਤੋਂ ਪੁੱਛ ਤਾਂ ਲੈਂਦਾ ਕਿ ਸਪਨਾ ਨਾਲ ਕੌਣ ਹੁੰਦਾ ਸੀ। ਸਦਮੇ ਦੇ ਦਰਦ ਨਾਲ ਮੇਰਾ ਬੁਰਾ ਹਾਲ ਸੀ। ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਜੋ ਮੈਂ ਕੀਤਾ ਹੀ ਨਹੀਂ ਸੀ। ਮੇਰੀ ਕਹਾਣੀ ਸੁਣ ਕੇ ਨਿਤੇਸ਼ ਤੇ ਸੀਮਾ ਸਦਮੇ 'ਚ ਆ ਚੁੱਕੇ ਸਨ। ਉਹਨਾਂ ਦੋਵਾਂ ਦੇ ਚਿਹਰੇ ਦੇਖਣ ਲਾਇਕ ਸਨ, ਜਦੋਂ ਕਿ ਮੈਂ ਸੰਤੁਸ਼ਟ ਸੀ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਸੀ। ਉਸ ਦਿਨ ਤਾਂ ਉਹ ਦੋਵੇਂ ਚਲੇ ਗਏ ਤੇ 2 ਦਿਨ ਬਾਅਦ ਹੀ ਮੈਨੂੰ ਛੱਡ ਦਿੱਤਾ ਗਿਆ। ਨਿਤੇਸ਼ ਤੇ ਸੀਮਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਆਪਣੇ ਵਕੀਲ ਨਾਲ ਗੱਲ ਕੀਤੀ ਤੇ ਉਹਨਾਂ ਦੋਵਾਂ ਨੂੰ ਮੁਆਫ ਕਰ ਦਿੱਤਾ। ਮੈਂ ਜਾਣਦਾ ਸੀ ਕਿ ਉਹਨਾਂ ਨੇ ਅਪਰਾਧ ਕੀਤਾ ਸੀ, ਪਰ ਸੀਮਾ ਨੇ ਗਰੀਬੀ ਤੋਂ ਤੰਗ ਆ ਕੇ ਇਹ ਆਫਰ ਕਬੂਲ ਕੀਤੀ ਸੀ। ਉਹ ਆਪਣੇ ਬਿਮਾਰ ਪਿਤਾ ਦੀਆਂ ਦਵਾਈਆਂ ਤੇ ਘਰ ਦਾ ਖਰਚਾ ਪੂਰਾ ਨਹੀਂ ਕਰ ਪਾ ਰਹੀ ਸੀ ਤੇ ਨਿਤੇਸ਼ ਨੇ ਬਦਲੇ ਦੀ ਅੱਗ 'ਚ ਇਹ ਸਭ ਕੀਤਾ ਸੀ। ਮੈਂ ਆਪਣੇ ਘਰ ਵਾਪਸ ਆ ਗਿਆ ਸੀ, ਪਰ ਮੈਂ ਹੈਰਾਨ ਹੋ ਗਿਆ ਜਦੋਂ ਉੱਥੇ ਮੈਂ ਸੀਮਾ ਨੂੰ ਮੇਰੀ ਉਡੀਕ ਕਰਦੇ ਦੇਖਿਆ। ਮੈਨੂੰ ਦੇਖ ਕੇ ਸੀਮਾ ਨੇ ਕਿਹਾ ਕਿ ਅਜੇ ਮੈਨੂੰ ਮਾਫ ਕਰ ਦਿਓ ਤੇ ਜੇਕਰ ਤੁਹਾਡੇ ਦਿਲ 'ਚ ਮੇਰੇ ਲਈ ਥੋੜੀ ਜਿਹੀ ਵੀ ਜਗ੍ਹਾ ਹੈ ਤੇ ਮੈਨੂੰ ਆਪਣੀ ਜ਼ਿੰਦਗੀ 'ਚੋਂ ਨਾ ਕੱਢੋ। ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ ਅਜੇ। ਤੁਹਾਡੇ ਵਰਗਾ ਇਨਸਾਨ ਮੈਂ ਅੱਜ ਤੱਕ ਜ਼ਿੰਦਗੀ 'ਚ ਨਹੀਂ ਦੇਖਿਆ। ਮੈਂ ਤੁਹਾਨੂੰ ਬਿਲਕੁਲ ਗਵਾਉਣਾ ਨਹੀਂ ਚਾਹੁੰਦੀ। ਉਹ ਹੋ ਕੇ ਲੈਂਦੀ ਮੇਰੇ ਕਦਮਾਂ 'ਚ ਡਿੱਗ ਪਈ। ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ। ਮੈਂ ਉਸ ਨਾਲ ਨਫ਼ਰਤ ਕਰਨ ਦੀ ਲੱਖ ਕੋਸ਼ਿਸ਼ ਕਰਦਾ, ਪਰ ਇਹ ਦਿਲ ਉਸ ਦੇ ਹੰਝੂਆਂ ਨਾਲ ਹੀ ਪਿਘਲ ਚੁੱਕਿਆ ਸੀ। ਮੈਂ ਉਸ ਨੂੰ ਮੋਢਿਆਂ ਤੋਂ ਫੜ ਕੇ ਉਠਾਇਆ ਤੇ ਉਸ ਦੇ ਹੰਝੂ ਪੂੰਝੇ। ਸੀਮਾ, ਜੇਕਰ ਤੂੰ ਸੱਚਮੁੱਚ ਆਪਣੇ ਕੀਤੇ ਤੇ ਸ਼ਰਮਿੰਦਾ ਹੈ ਤਾਂ ਮੈਂ ਤੈਨੂੰ ਮਾਫ ਕਰਦਾ ਹਾਂ, ਪਰ ਇਹ ਯਾਦ ਰੱਖੀ ਕਿ ਮੈਂ ਵੀ ਇੱਕ ਇਨਸਾਨ ਹਾਂ। ਸ਼ਾਇਦ ਵਾਰ-ਵਾਰ ਮਾਫ ਨਾ ਕਰ ਸਕਾਂ। ਮੇਰੀਆਂ ਗੱਲਾਂ ਤੇ ਉਹ ਉੱਚੀ-ਉੱਚੀ ਰੋਣ ਲੱਗੀ ਤੇ ਮੈਂ ਦਿਲ 'ਚ ਇਹ ਸੋਚਿਆ ਕਿ ਇਹ ਪਛਤਾਵੇ ਦੇ ਹੰਝੂ ਹਨ। ਇਸ ਦਾ ਮਤਲਬ ਹੈ ਕਿ ਸੀਮਾ ਨੂੰ ਸੱਚਮੁੱਚ ਮੇਰੇ ਨਾਲ ਪਿਆਰ ਹੋ ਗਿਆ ਸੀ। ਮੈਂ ਭਗਵਾਨ ਦਾ ਸ਼ੁਕਰ ਕੀਤਾ ਜਿਸ ਨੇ ਮੈਨੂੰ ਮੇਰਾ ਮਾਣ ਤੇ ਸਨਮਾਨ ਵਾਪਸ ਦਿਵਾ ਦਿੱਤਾ ਸੀ। ਨਹੀਂ ਤਾਂ ਇੱਕ ਗਲਤ ਫਹਿਮੀ ਦੇ ਆਧਾਰ ਤੇ ਮੇਰੀ ਪੂਰੀ ਜ਼ਿੰਦਗੀ ਤਬਾਹ ਹੋਣ ਜਾ ਰਹੀ ਸੀ। ਇਸ ਲਈ ਵੱਡੇ ਬਜ਼ੁਰਗ ਕਹਿੰਦੇ ਹਨ ਕਿ ਕੋਈ ਵੀ ਕੰਮ ਸੋਚ ਸਮਝ ਕੇ ਕਰ ਲੈਣਾ ਚਾਹੀਦਾ ਹੈ। ਸੋ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਜੇਕਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।